ਅੱਜ ਆਪਾਂ ਫਿਜ਼ਿਕਸ ਦਾ ਜਿਹੜਾ ਫਸਟ ਯੂਨਿਟ ਹੈ ਉਹ ਰਿਵਾਈਜ਼ ਕਰਾਂਗੇ ਤੇ ਜਿਹੜੇ ਟੌਪਿਕ ਹੈ ਉਹ ਆਪਾਂ ਡਿਸਕਸ ਕਰਦੇ ਹਾਂ। ਤਾਂ ਸਾਰਿਆਂ ਨੂੰ ਮੇਰੀ ਸਕਰੀਨ ਕਲੀਅਰ ਵਿਜ਼ੀਬਲ ਹੈ ਨਾ। ਅੱਜ ਆਪਾਂ ਸਟਾਰਟ ਕੀ ਕਰਨਾ ਵੀ ਫਸਟ ਯੂਨਿਟ ਇਲੈਕਟ੍ਰੋਸਟੈਟਿਕਸ। ਇਹਦੇ ਵਿੱਚ ਕੀ ਸਟੱਡੀ ਕਰਨਾ ਸੀ? ਫਸਟ ਇਹਦੀ ਡੈਫੀਨੇਸ਼ਨ, ਇਲੈਕਟ੍ਰੋਸਟੈਟਿਕਸ ਹੈ ਕੀ? ਦੇਖੋ ਤੁਸੀਂ ਦੋ ਵਰਡ ਮੋਸਟਲੀ ਪਹਿਲਾਂ ਯੂਜ਼ ਕੀਤੇ ਹੋਏ ਨੇਗੇ। ਇੱਕ ਤਾਂ ਡਾਇਨਾਮਿਕ, ਇੱਕ ਵਰਡ ਯੂਜ਼ ਕੀਤਾ ਹੋਇਆ ਤੁਸੀਂ ਸਟੈਟ। ਸਟੈਟ ਵਰਡ ਕਿਹਨਾਂ ਚੀਜ਼ਾਂ ਲਈ ਯੂਜ਼ ਹੁੰਦਾ ਹੈ ਮੋਸਟਲੀ? ਕਿਹੜੇ ਕਾਦੇ ਵਿੱਚੋਂ? ਰੈਸਟ ਦੇ ਵਿੱਚ। ਤੇ ਡਾਇਨਾਮਿਕ ਵਰਡ ਕਿਹਨਾਂ ਲਈ ਯੂਜ਼ ਹੁੰਦਾ ਮੋਸਟਲੀ? ਜਿਹੜੀ ਚੀਜ਼ਾਂ ਕਾਦੇ ਵਿੱਚੋਂ? ਮੋਸ਼ਨ ਦੇ ਵਿੱਚ। ਤੇ ਦੋ ਵਰਡ ਆਪਣੇ ਹੁਣ ਤੁਹਾਨੂੰ ਕਲੀਅਰ ਹੋ ਗਿਆ ਉਹ ਵੀ ਆਪਣੇ ਕੋਲੇ ਇਲੈਕਟ੍ਰੋਸਟੈਟਿਕਸ ਹੈ। ਤਾਂ ਇਲੈਕਟ੍ਰੋ ਦਾ ਮੀਨਸ ਤਾਂ ਕੀ ਆ ਗਿਆ? ਇਲੈਕਟ੍ਰਿਸਿਟੀ। ਤੁਹਾਨੂੰ ਪਤਾ ਇਲੈਕਟ੍ਰਿਸਿਟੀ ਦਾ ਲਿੰਕ ਕਿਹਦੇ ਨਾਲ ਹੁੰਦਾ? ਇੱਕ ਚਾਰਜ ਨਾਲ। ਜਿਹੜਾ ਚਾਰਜ ਹੈ ਉਹਦੇ ਨਾਲ ਆਪਾਂ ਨੂੰ ਇੱਕ ਪ੍ਰੋਪਰਟੀ ਕੀ ਮਿਲ ਰਹੀ ਹੈਗੀ ਇੱਥੇ? ਰੈਸਟ ਵਾਲੀ। ਤਾਂ ਜਦੋਂ ਚਾਰਜ ਐਟ ਰੈਸਟ ਆਪਾਂ ਸਟੱਡੀ ਕਰ ਲਿਆ ਤਾਂ ਉਸ ਨੂੰ ਕੀ ਕਹਾਂਗੇ ਅਸੀਂ? ਇਲੈਕਟ੍ਰੋਸਟੈਟਿਕਸ। ਤਾਂ ਇਹਦੀ ਡੈਫੀਨੇਸ਼ਨ ਜੋ ਤੁਸੀਂ ਐਕਸਪਲੇਨ ਕਰਨੀ ਹੈ ਤੇ ਇਹ ਹੈ ਵੀ ਇਲੈਕਟ੍ਰੋਸਟੈਟਿਕਸ ਇੱਕ ਬ੍ਰਾਂਚ ਹੈ ਆਪਣੀ ਫਿਜ਼ਿਕਸ ਦੀ ਜਿਹੜੀ ਡੀਲ ਕਰਦੀ ਹੈ ਕਿਹਦੀ ਸਟੱਡੀ ਨਾਲ? ਇਹ ਡੀਲ ਕਰੂਗੀ ਕਿਹਦੀ ਸਟੱਡੀ ਨਾਲ? with the study of charge at rest। बट इत्थे ध्यान रखियो आह वर्ड ਆਪਾਂ ਲਾਜ਼ਮੀ ਜ਼ਰੂਰ ਯੂਜ਼ ਕਰਨਾ ਇੱਥੇ ਵੀ। ਚਾਰਜ ਦੀ ਸਟੱਡੀ ਕਰਨੀ ਹੈ ਬਟ ਕਰਨੀ ਹੈ ਐਟ ਰੈਸਟ। ਥੋੜਾ ਵੀ ਅਜੀਬ ਜਿਹਾ ਲੱਗਦਾ ਵੀ ਇਲੈਕਟ੍ਰਿਸਿਟੀ ਵੀ ਪ੍ਰੋਡਿਊਸ ਹੋ ਰਹੀ ਹੈ ਤੇ ਨਾਲ ਚਾਰਜ ਰੈਸਟ 'ਚ ਵੀ ਰਹਿ ਰਿਹਾ। ਹੁਣ ਤੁਸੀਂ ਇਹ ਦੇਖੋ ਵੀ ਆਪਣੇ ਕੋਲ ਇੱਕ ਮੈਟਲ ਦੀ ਰੋਡ ਹੈ ਆਪਣੀ, ਇਹ ਆਪਣੇ ਕੋਲ ਨॉन ਮੈਟਲ ਦੀ ਰੋਡ ਹੈ। ਤਾਂ ਕੀ ਹੁੰਦਾਗਾ ਜਿਹੜੀ ਇੱਕ ਮੈਟਲ ਹੈ ਇਹ ਆਪਣੇ ਕੋਲ ਨॉन ਮੈਟਲ ਹੈ। ਸਾਨੂੰ ਪਤਾ ਹੈ ਵੀ ਜਦੋਂ ਅਸੀਂ ਇਹਨੂੰ ਇੱਥੇ ਚਾਰਜ ਦੇਵਾਂਗੇ ਕੋਈ ਪੋਜ਼ਿਟਿਵ ਜਾਂ ਨੈਗੇਟਿਵ ਤਾਂ ਸਪਲਾਈ ਕਿੱਧਰ ਹੋ ਜੂ? ਪੂਰੀ ਇਲੈਕਟ੍ਰੋਡ ਦੇ ਵਿੱਚ। ਬਟ ਜਦੋਂ ਇੱਕ ਨॉन ਮੈਟਲ ਨੂੰ ਚਾਰਜ ਦਿਓਗੇ ਤਾਂ ਉਹ ਸਿਰਫ ਜਿਹੜੀ ਪਲੇਸ ਤੇ ਤੁਸੀਂ ਚਾਰਜ ਉਹਨੂੰ ਕਰੋਗੇ ਉਸੇ ਪਲੇਸ ਤੇ ਕੀ ਰਹੂਗਾ? ਉਹ ਐਟ ਰੈਸਟ। ਇਹੀ ਕਾਰਨ ਹੈ ਕਿ ਜਿਹੜੀ ਸਾਡੀ ਇਨਸੂਲੇਸ਼ਨ ਹੁੰਦੀ ਹੈ ਵਾਇਰਸ ਦੀ, ਜਿਹੜੀ ਇਨਸੂਲੇਟ ਕੀਤੀਆਂ ਹੁੰਦੀਆਂ ਪਲਾਸਟਿਕ ਦੇ ਨਾਲ, ਤਾਂ ਉਹਨਾਂ ਰਾਹੀਂ ਆਪਾਂ ਨੂੰ ਕਰੰਟ ਕਿਉਂ ਨਹੀਂ ਲੱਗਦਾ? ਉਹਦਾ ਕਾਰਨ ਕੀ ਹੈ? ਜਿਹੜਾ ਉਹਦੇ ਵਿੱਚ ਚਾਰਜ ਹੈ ਆਉਂਦਾ ਤਾਂ ਹੈਗਾ ਪਰ ਉਹ ਚਾਰਜ ਗੱਚ ਰਹਿੰਦਾ ਐਟ ਰੈਸਟ, ਅੱਗੇ ਨਹੀਂ ਸਪਲਾਈ ਹੋਊਗਾ। ਨਹੀਂ ਹੋਊਗਾ ਤਾਂ ਫਿਰ ਆਪਾਂ ਕੀ ਹੋਵਾਂਗੇ ਉੱਥੇ? ਸੇਫ, ਮਤਲਬ ਸਾਡਾ ਨੁਕਸਾਨ ਵਗੈਰਾ ਉਹ ਨਹੀਂ ਹੋਊਗਾ। ਤਾਂ ਇਹ ਕਾਰਨ ਹੈ ਵੀ ਕਰੰਟ ਪਾਸ ਨਾ ਕਰ, ਉਹਨੇ ਚਾਰਜ ਰੈਸਟ ਵਿੱਚ ਹੀ ਰਹੂਗਾ। ਡੈਫੀਨੇਸ਼ਨ ਦੇ ਵਿੱਚ ਕਿਸੇ ਨੂੰ ਡਾਊਟ ਹੈ ਤਾਂ ਮੈਨੂੰ ਬੋਲ ਸਕਦਾ, ਅਦਰਵਾਈਜ਼ ਨਹੀਂ ਫਿਰ ਆਪਾਂ ਨੈਕਸਟ ਕਰਦੇ ਹਾਂ। ਇਹ ਤੁਹਾਡੀ ਡੈਫੀਨੇਸ਼ਨ ਹੈ ਮੇਨ ਇਲੈਕਟ੍ਰੋਸਟੈਟਿਕਸ। ਹੁਣ ਆ ਗਿਆ ਚਾਰਜ। ਜੇ ਸਾਨੂੰ ਪੁੱਛਿਆ ਵੀ ਚਾਰਜ ਡਿਫਾਈਨ ਕਰੋ ਵੀ ਹੈ ਕੀ ਚੀਜ਼? ਚਾਰਜ। ਤਾਂ ਚਾਰਜ ਕੀ ਹੈ ਵੀ ਆਪਣੇ ਕੋਲ ਕਿਸੇ ਵੀ ਆਬਜੈਕਟ ਦੀ ਉਹ ਪ੍ਰੋਪਰਟੀ ਹੈ ਜਿਹਦੇ ਕਰਕੇ ਜਾਂ ਤਾਂ ਦੂਸਰੀਆਂ ਚੀਜ਼ਾਂ ਨੂੰ ਕੀ ਕਰਦਾ ਹੈਗਾ? ਰਿਪੈਲ ਕਰਦਾ ਹੈ, ਜਾਂ ਫਿਰ ਉਹ ਕਿਸੇ ਹੋਰ ਚੀਜ਼ ਨੂੰ ਆਪਣੇ ਵੱਲ ਕੀ ਕਰਦਾ ਹੈ? ਅਟਰੈਕਟ। ਮਤਲਬ ਕੋਈ ਆਬਜੈਕਟ ਹੈ ਉਹ ਜਾਂ ਤਾਂ ਕਿਸੇ ਚੀਜ਼ ਨੂੰ ਆਪਣੇ ਵੱਲ ਅਟਰੈਕਟ ਕਰਦਾ ਜਾਂ ਰਿਪੈਲ ਕਰਦਾ ਹੈ, ਤਾਂ ਇਸ ਦੀ ਪ੍ਰੋਪਰਟੀ ਜਿਹੜੀ ਉਹਨੂੰ ਕੀ ਬੋਲਿਆ ਜਾਂਦਾ ਹੈਗਾ?
चार्ज। क्लियर? भी चार्ज का तुसीं नहीं कहना भी चार्ज इज अ पॉजिटिव एंड नेगेटिव। चार्ज की है? चार्ज इज अ प्रॉपर्टी, एक प्रॉपर्टी है। प्रॉपर्टी का दी है किसी ਨੂੰ रिपेल करना या अट्रैक्ट करना। ये तो फर्स्ट पार्ट है। ਇਹਦੇ ਚ ਕੁਝ ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ, ਲੇਕਿन मैं नेक्स्ट स्लाइड ਵੱਲ ਵਧਦਾ। अगला पार्ट इच आ गया अपने को टाइप्स ऑफ चार्ज। हाँ जिथे तुहानू पूछा जाता भी टाइप्स ऑफ चार्ज, ये तुसीं लिख सकते हो भी साडे कोल किन्ने ने चार्जेस जिहड़े 2 टाइप्स ने अपने को जिहड़ियां चार्ज दियां। फर्स्ट पॉजिटिव ते सैकेंड आपां की यूज करने थे जिहड़ी नेगेटिव। तो 2 चार्ज जिहड़े साडे कोल मेन यूज कीते जाते, पॉजिटिव एंड नेगेटिव। हुण साडे कोल जिहड़े लाइक चार्ज होणगे ने पॉजिटिव ते पॉजिटिव, नेगेटिव ते नेगेटिव, ये की करनगे आपस विच रिपेल करनगे। बट अनलाइक चार्ज जिहड़े पॉजिटिव नेगेटिव जां नेगेटिव पॉजिटिव कह लो, जिहड़ा ए वाला पेयर हो वो आपस विच की करनगे अट्रैक्ट, ये की करनगे रिपेल। ਹੁਣ क्वेश्चन ही ਹੁੰਦੇ ਸਾਡੇ ਵੀ ਰਿਪੈਲ क्यों करते हैं, ਇਹਦੇ ਲਈ ਤੁਹਾਨੂੰ ਨਾ ਯਾਦ ਕਰਨਾ ਪੈਣਾ ਹੈ ਇਹਦੀਆਂ ਪ੍ਰੋਪਰਟੀਆਂ। ਪੋਜ਼ਿਟਿਵ ਚਾਰਜ ਦੀ ਪ੍ਰੋਪਰਟੀ ਕੀ ਹੁੰਦੀ ਹੈ ਤੇ ਨੈਗੇਟਿਵ ਚਾਰਜ ਦੀ ਪ੍ਰੋਪਰਟੀ ਕੀ ਹੁੰਦੀ ਹੈ। ਜਿਹੜੀਆਂ ਲਾਈਨਸ ਹੁੰਦੀਆਂ ਨੇ ਫੀਲਡ ਦੀਆਂ ਉਹ ਪੋਜ਼ਿਟਿਵ ਚਾਰਜ ਤੋਂ ਤਾਂ ਸਟਾਰਟ ਹੁੰਦੀਆਂ ਨੇ ਤੇ ਨੈਗੇਟਿਵ ਤੇ ਕੀ ਹੁੰਦਾ ਉਹਨਾਂ ਦਾ एंड। ये तो देखो पॉजिटिव तो स्टार्ट है, नेगेटिव ते की ने एंड ने, ताकि वो इन्हां च अट्रैक्शन होगी। जे आप दोनों नेगेटिव ले ली या दोनों पॉजिटिव ले ली, फर्स्ट भी पॉजिटिव सैकेंड भी पॉजिटिव, तो उत्थे की केस बनूगा भी देखो पॉजिटिव तो स्टार्ट है, इधर भी पॉजिटिव तो स्टार्ट है, ये लाइनस आपस विच की करनगियां एक दूजे दा जिहड़ा ओपोजिशन नहीं करनगियां। डायरेक्शन देखो फ्रंट ते आ गई तो रिपेल करनी है एक दूसरे, ना करके भी अपने को पॉजिटिव पॉजिटिव चार्ज में की करता रहता है रिपेल करता रहता है। उसी तरह ही लाइक चार्ज अपने को जिहड़े और रिपेल करके जिहड़े अनलाइक है ਉਹਦੀ एक प्रॉपर डायरेक्शन बन जू पॉजिटिव टू नेगेटिव। इस तरह लाइक ते अनलाइक चार्जेस का कंसैप्ट। इस कोई डाउट है तो पूछ सकते हैं। पॉजिटिव चार्ज नेगेटिव चार्ज फील्ड लाइन्स की डायरेक्शन बन जू एक प्रॉपर, जिहड़ा अपने को इलैक्ट्रोस्टैटिक फील्ड है वो याद रखो। नेक्स्ट पार्ट हुण मेन गल की होंदी है भी सब तो वड्डी कि असीं इलैक्ट्रोस्टैटिक्स पढ़न लग गए भी इलैक्ट्रोस्टैटिक्स साडे किते डेली लाइफ च इहदा कोई यूज है। सब तो मेन चीज़ होंदी है साडे वास्ते भी असीं स्टडी करते हैं जो भी चीज़ वो साडे किते साडे लिए यूजफुल है। तो फर्स्ट मेन चीज़ है भी आप जी फोटोकॉपी करवाने जेरोक्स करवाने कॉपीज, तो फोटोकॉपी दे विच की यूज होंदी है इलैक्ट्रोस्टैटिक्स, मतलब एक चार्ज दिता जाता है अपने जिहड़ी भी कोई भी डॉक्यूमेंट ओरिजिनल हुंदा हैगा जो स्कैन हो जाता है उस तो बाद वो लैंप जो स्कैन करता है
ਤਾਂ ਉਹਨੇ ਜਦੋਂ ਇੰਕ ਜਿਹੜੀ ਉਹ ਸਪਲਾਈ ਕਰਨੀ ਹੁੰਦੀ ਹੈ ਡਰਮ ਨੇ, ਡਰਮ ਹੈ ਜਿਹੜਾ ਲਾਈਟ ਸੈਂਸਿਟਿਵ, ਜਦੋਂ ਉਹ ਤੋਂ ਇਹਨੂੰ ਕਮਾਂਡ ਮਿਲ ਗਈ ਤਾਂ ਉੱਥੇ ਜਿਹੜਾ ਵੀ ਪੇਪਰ ਦੇ ਉੱਪਰ ਜਿਹੜੀ ਸ਼ਾਹੀ ਪ੍ਰਿੰਟ ਹੋਣੀ ਹੈ ਤਾਂ ਉਹ ਇੱਥੋਂ ਚਾਰਜ ਦੇ ਰਾਹੀਂ ਉਹਨੂੰ ਕੀ ਕਰੂਗਾ, ਚਾਰਜਰ ਕਰੂਗਾ ਜਿਹੜਾ ਇੰਕ ਨੂੰ, ਇੰਕ ਚਾਰਜ ਹੋ ਗਈ ਤੋਂ ਪੇਪਰ ਨੂੰ ਵੀ ਚਾਰਜ ਦੇਊਗਾ, ਬਟ ਚਾਰਜ ਕਿਹੜਾ ਦੇਊਗਾ ਵੀ ਉਲਟ, ਜਿਵੇਂ ਇੱਕ ਜੇ ਪੋਜ਼ਿਟਿਵ ਚਾਰਜ ਮਿਲ ਗਿਆ ਕਿਹਨੂੰ, ਪੇਪਰ ਨੂੰ, ਤਾਂ ਜਿਹੜੀ ਇੰਕ ਹੈ ਉਹਨੂੰ ਕਿਹੜਾ ਚਾਰਜ ਦਿੱਤਾ ਜਾਊਗਾ, ਨੈਗੇਟਿਵ, ਇਹਨੂੰ ਪੋਜ਼ਿਟਿਵ, ਜਿਹੜੀ ਆਪਣੇ ਕੋਲ ਪੇਪਰ ਹੈ ਤੇ ਇੰਕ ਆ ਉਹਨੂੰ ਨੈਗੇਟਿਵ, ਤਾਂ ਕੀ ਹੋਊ ਦੋਨਾਂ ਦੇ ਵਿਚਕਾਰ ਅਟਰੈਕਸ਼ਨ ਹੋ, ਤਾਂ ਇੰਕ ਜਾ ਕੇ ਕਿਹਦੇ ਉੱਪਰ ਜਿਹੜੀ ਪੇਸਟ ਹੋ ਜੂ ਜਾਂ ਫਿੱਟ ਹੋ ਜੂਗੀ ਪੇਪਰ ਦੇ ਉੱਪਰ। ਤਾਂ ਇਸ ਤਰ੍ਹਾਂ ਵੀ ਜਿਹੜੀ ਆਪਣੀ ਫੋਟੋਕਾਪੀ ਵਾਲੀ ਮਸ਼ੀਨ ਹੈ ਉਹ ਵਰਕ ਕਰਦੀ ਹੈ। ਸੈਕੰਡ ਐਪਲੀਕੇਸ਼ਨ ਕਰਦੇ ਆਪਾਂ ਯੂਜ਼ ਆ ਵੀ ਦੇਖੋ, ਹਰ ਇੱਕ ਚੀਜ਼ ਦਾ ਬੈਨੀਫਿਟ ਆਪਾਂ ਨੂੰ, ਇਹ ਨਹੀਂ ਹੈਗਾ ਵੀ ਆਪਾਂ ਵੈਸੇ ਹੀ ਵਰਤ ਰਹੇ ਹਾਂ। ਤਾਂ ਹੁਣ ਤੁਸੀਂ ਦੇਖੋ ਵੀ ਜਿੰਨੀ ਆਪਣੀ ਮਸ਼ੀਨਰੀ ਹੁੰਦੀ ਹੈ, ਕਾਰ ਜਾਂ ਕੋਈ ਬਾਕੀ ਵਹੀਕਲਸ, ਉਹ ਸਾਰੇ ਦੇ ਸਾਰੇ ਕੀ ਵੀ ਪੇਂਟ ਕੀਤੇ ਜਾਂਦੇ, ਤਾਂ ਉਹਨਾਂ ਨੂੰ ਪੇਂਟ ਕਰਨ ਵਾਸਤੇ ਕੀ ਕੀਤਾ ਜਾਂਦਾ ਹੈ, ਜਿਹੜਾ ਤਾਂ ਉਹਦਾ ਪਾਰਟ ਹੈ ਕੋਈ ਵੀ, ਹੁਣ ਕੀ ਕਰਦੇ ਹੋ, ਚਾਰਜ ਕਿਹੜਾ ਦੇ ਦੇਣਗੇ, ਜਿਵੇਂ ਨੈਗੇਟਿਵ ਦੇਤਾ, ਜਿਵੇਂ ਅਸੀਂ ਪੇਂਟ ਕਰਨਾ ਉਹਨੂੰ ਚਾਰਜ ਕਿਹੜਾ ਦੇਤਾ, ਇਹ ਟੈਂਕ ਹੈ ਜਦੋਂ ਅਸੀਂ ਕੀ ਯੂਜ਼ ਕਰ ਰਹੇ ਹਾਂਗੇ ਅੱਗੇ ਫਰਦਰ, ਜਿਹੜਾ ਆਪਾਂ ਕਹਿ ਸਕਦੇ ਹਾਂ ਪੇਂਟ, ਨਾਲ ਅਸੀਂ ਉਹਨੂੰ ਕੀ ਦੇ ਰਹੇ ਹਾਂ, ਇੱਕ ਗਨ ਹੈ ਜਿਹੜੀ ਉਹਨੂੰ ਚਾਰਜ, ਤਾਂ ਜਿਹੜੀ ਉਹ ਗਨ ਹੋਊਗੀ ਇੱਕ ਇਹ ਵਾਲੀ, ਇਹ ਕੀ ਹੈ, ਦੋ ਚੀਜ਼ਾਂ ਯੂਜ਼ ਕਰੂਗੀ, ਫਸਟ ਪੇਂਟ ਤੇ ਸੈਕੰਡ ਤੇ ਚਾਰਜ। ਜਦੋਂ ਇੱਕ ਕਾਰ ਦੀ ਜਿਹੜੀ ਬੋਡੀ ਹੈ ਉਹਨੂੰ ਅਸੀਂ ਉਲਟ ਚਾਰਜ ਦੇਤਾ ਪੇਂਟ ਨਾਲੋਂ, ਤਾਂ ਕੀ ਹੋਊਗਾ, ਉਹ ਪੇਂਟ ਦੀ ਅਟਰੈਕਸ਼ਨ ਉਹਦੇ ਨਾਲ ਕੀ ਹੋਊਗੀ, ਜ਼ਿਆਦਾ ਪੋਜ਼ਿਟਿਵ ਦੀ ਅਟਰੈਕਸ਼ਨ ਵੱਧ ਹੋਊ, ਤਾਂ ਕੀ ਹੋਊਗਾ, ਉੱਥੇ ਜਿਹੜਾ ਪੇਂਟ ਹੈ ਉਹ ਚੰਗੀ ਤਰ੍ਹਾਂ ਉਹਦੇ ਉੱਪਰ ਕੀ ਹੋ ਜਾਊਗਾ, ਫਿੱਟ ਹੋ ਜਾਊਗਾ, ਪੇਸਟ ਹੋ ਜਾਊਗਾ, ਤੇ ਉਹ ਛੇਤੀ ਰਿਮੂਵ ਨਹੀਂ ਹੁੰਦਾ। ਜਿਹੜਾ ਆਪਾਂ ਆਮ ਨੋਰਮਲ ਪੇਂਟ ਕਰਦੇ ਹੈਗੇ ਉਹ ਬਹੁਤ ਥੋੜੇ ਲਾਈਫ ਹੁੰਦੀ ਹੈ ਉਹਦੀ, ਉਹ ਨਾਲ ਦੀ ਨਾਲ ਹੀ ਕੀ ਹੋ ਜਾਂਦਾ ਹੈਗਾ, ਰਿਮੂਵ ਹੋ ਜਾਂਦੇ ਨੇ ਨਾ, ਉਹਦੇ ਨਾਲ ਫਿਕਸਿੰਗ ਜਿਹੜੀ ਉਹ ਚੰਗੀ ਤਰ੍ਹਾਂ ਨਹੀਂ ਹੁੰਦੀ। ਇਹ ਤੁਹਾਡਾ ਉਹੀ ਹੈ ਵੀ ਜੇ ਤੁਸੀਂ ਆਪਣੀ ਜਿਹੜੀ ਸਨੈਪ ਕਿਸੇ ਫਾਰਮ ਤੇ ਚੰਗੀ ਤਰ੍ਹਾਂ ਪੇਸਟ ਨਹੀਂ ਕਰੋਗੇ ਤਾਂ ਕੀ ਹੋਊਗਾ, ਕਿਸੇ ਵੀ ਟਾਈਮ ਤੇ ਉਹਦੇ ਉੱਪਰੋਂ ਪਾਸੇ ਹਟ ਸਕਦੀ ਹੈ ਨਾ, ਉਹ ਹੀ ਪੇਂਟ ਵਾਲਾ ਕੰਮ ਹੈ। ਜੇ ਉੱਤੇ ਆਪੋਜੀਟ ਚਾਰਜ ਦੇ ਤਾਂ ਚੰਗੀ ਤਰ੍ਹਾਂ ਸੀ, ਫਿਰ ਉਹਨਾਂ ਦੇ ਵਿਚਕਾਰ ਕੀ ਬਣ ਜਾਂਦੀ ਹੈ, ਇੱਕ ਖਿੱਚ, ਤੇ ਉਹ ਪੇਂਟ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਹ ਹੋ ਜਾਂਦਾ। ਇੱਕ ਫੋਟੋਕਾਪੀ ਵਾਲਾ ਥੋੜਾ ਮਸ਼ੀਨ ਨਾਲ ਤੁਹਾਨੂੰ ਕਲੀਅਰ ਨਹੀਂ ਹੋਇਆ, ਮੈਂ ਦੁਬਾਰਾ ਰਿਪੀਟ ਕਰਦਾ ਨਾ, ਇਹ ਦੇਖੋ ਵੀ ਸਾਡੀ ਫੋਟੋਕਾਪੀ ਵਾਲੀ ਮਸ਼ੀਨ ਜਿਹੜੀ ਕੰਮ ਕਿਵੇਂ ਕਰਦੀ ਹੈ। ਇਹ ਮਸ਼ੀਨ ਦੇ ਇਨਸਾਈਡ ਦਾ ਪਾਰਟ ਹੈ, ਓਵਰਹਾਲ ਤੁਹਾਨੂੰ ਦੱਸ ਦਿੱਤਾ ਮੈਂ। ਇਹ ਫਸਟ ਆਪਣੇ ਕੋਲ ਹੈਗਾ ਵੀ ਜਿਹੜਾ ਇੰਕ ਦਾ ਰਿਜ਼ਰਵਾਇਰ, ਮੀਨਸ ਜਿੱਥੋਂ ਅਸੀਂ ਇੰਕ ਜਿਹੜੀ ਯੂਜ਼ ਕਰਦੇ ਹਾਂ, ਇਹ 'ਚ ਇੰਕ ਪਾਈ ਹੋਈ। ਇੱਕ ਇਹ ਨੋਜ਼ਲ ਕੀ ਹੈ, ਇੰਕ ਤੁਹਾਨੂੰ ਪਤਾ ਨੋਜ਼ਲ ਦਾ ਕੰਮ ਕੀ ਹੁੰਦਾ, ਸਪਰੇ ਕਰਨਾ, ਜਿਸ 'ਚੋਂ ਇੰਕ ਲੈ ਕੇ ਉਹ ਸਪਰੇ ਕਰੋ। ਇਹ ਚਾਰਜਿੰਗ ਇਲੈਕਟ੍ਰੋਡਸ ਨੇ ਜਿਹੜੀਆਂ ਉਸ ਇੰਕ ਨੂੰ ਕੀ ਕਰਨਗੀਆਂ, ਇੱਕ ਨੈਗੇਟਿਵ ਚਾਰਜ ਜਿਹੜਾ ਉਹ ਪ੍ਰੋਵਾਈਡ ਕਰ ਦੇਣਗੇ। ਜਦੋਂ ਇੱਥੇ ਆਪਣੇ ਕੋਲੇ ਨੈਗੇਟਿਵ ਇਲੈਕਟ੍ਰੋਡਸ ਹੋਈਆਂ, ਉਹ ਨੈਗੇਟਿਵ ਚਾਰਜ ਦਿੱਤਾ ਉਹਨੇ ਕਿਹਨੂੰ, ਇੱਕ ਸਾਡੀ ਇੰਕ ਨੂੰ, ਤਾਂ ਚਾਰਜ ਹੋ ਗਿਆ। ਇਹ ਸਾਡੇ ਕੋਲੇ ਕਿਹੜੀਆਂ ਨੇ ਵੀ ਡਿਫਲੈਕਸ਼ਨ ਪਲੇਟਸ, ਤਾਂ ਜਿਹਦੇ ਵਿੱਚ ਉਹ ਇੰਕ ਨੂੰ ਕੀ ਮਿਲ ਗਿਆ, ਚਾਰਜ ਮਿਲ ਗਿਆ, ਤਾਂ ਉਹ ਕੀ ਹੋਊਗਾ, ਜਿਹੜੀ ਸਾਡਾ ਪੇਪਰ ਹੈ ਉਹਦੇ ਚਾਰਜ ਕਿਹੜਾ ਦਿੱਤਾ ਹੋਇਆ, ਪੋਜ਼ਿਟਿਵ, ਜਿਹੜਾ ਏ ਪੇਪਰ ਆਪਾਂ ਨੂੰ ਦਿੱਤਾ ਹੋਇਆ ਜਾਂ ਕੁਝ ਵੀ ਆਪਾਂ ਟਾਈਪ ਕਰਨਾ ਹੈ, ਉਹ ਪੇਪਰ ਜਿਹੜਾ ਵੀ ਉਹਦੇ ਉੱਪਰ ਕੁਛ ਸ਼ਾਹੀ ਜਿਹੜੀ ਇੰਕ ਉਹ ਲੋਡ ਤੋਂ ਵੱਧ ਚਲੀ ਜਾਂਦੀ ਹੈ, ਤਾਂ ਕੀ ਵੀ ਜਿਹੜਾ ਗਟਰ ਕੀ ਕਰਦਾ ਉਹਨੂੰ, ਜਿਹੜੀ ਫਾਲਤੂ ਸ਼ਾਹੀ ਹੁੰਦੀ ਹੈ ਪੇਪਰ ਦੇ ਉੱਪਰ ਉਹਨੂੰ ਕੀ ਕਰ ਲੈਂਦਾ, ਉਹ ਕੈਚ ਕਰ ਲੈਂਦਾ।
यानी कि इंक है ਉਹਦੀ वेस्टेज घटा ਹੁੰਦਾ ਤੇ ਸਾਡਾ ਪ੍ਰਿੰਟ ਜਿਹੜਾ ਆਊਟ ਹੁੰਦਾ ਉਹ ਬਿਲਕੁਲ ਕਲੀਅਰ ਹੋ ਜਾਂਦਾ। ਤੁਸੀਂ ਦੇਖਿਆ ਕਿ ਵਾਰ ਆਪਾਂ ਪ੍ਰਿੰਟ ਕਢਾਉਣਾ ਨਾ ਉਹਦੇ ਉੱਪਰ ਕੀ ਹੁੰਦਾ ਹੈਗਾ, ਜਿਹੜੀ ਸ਼ਾਹੀ ਉਹ ਜ਼ਿਆਦਾ ਲੱਗੀ ਰਹਿ ਜਾਂਦੀ, ਉਹ ਬਲੈਕ ਪੇਪਰ ਹੋ ਕੇ ਆ ਜਾਂਦਾ। ਉਹਦੇ ਜਿਹੜੀ ਫालतू ਇੰਕ ਹੈ ਆਪਣੇ ਕੋਲ, ਜਿਹੜੀ ਸਾਡੇ ਵਰਡਸ ਛਪਣੇ ਸੀ ਉਹ ਤਾਂ ਠੀਕ ਹੈ, ਜਿਹੜੇ ਉਸ ਤੋਂ ਬਾਅਦ ਉਹਦੇ ਨਾਲ ਐਕਸਟਰਾ ਰਹਿ ਗਈ ਉਹ ਗਟਰ ਉਹਨੂੰ ਕੀ ਕਰ ਲੈਂਦਾ ਹੈਗਾ, ਕਲੈਕਟ ਕਰ ਲੈਂਦਾ ਤੇ ਦੁਬਾਰਾ ਉਹਨੂੰ ਕਿਹਦੇ ਵਿੱਚ ਸਪਲਾਈ ਕਰ ਦਿੰਦਾ, ਇੱਕ ਇੰਕ ਦਾ ਜਿਹੜਾ ਇਹਨੂੰ ਡਰਮ ਕਹਿ ਸਕਦੇ ਹੋ, ਇੰਕ ਵਾਲਾ ਡਰਮ ਹੈ, ਰੇਫਲ ਕਹ ਲਓ ਇੱਕ ਟਾਈਪ ਦਾ, ਇਹਦੇ ਵਿੱਚ ਸ਼ਾਹੀ ਜਮਾ ਹੁੰਦੀ ਹੈ। ਤਾਂ ਇੱਥੇ ਤੱਕ ਵੀ ਕਿਸੇ ਨੂੰ ਕੋਈ ਡਾਊਟ ਹੈ ਤਾਂ ਮੈਨੂੰ ਪੁੱਛ ਸਕਦੇ। हाँ भी अर्श करण प्रदीप कोई डाउट तो क्लियर करो, नहीं फिर अपन नेक्स्ट पार्ट स्टडी करते हैं। ठीक है भाई यार प्रदीप ओके। देखो भी कोई मैं इसनों कोशिश है कि थोड़ा इंटरेस्ट बन जाए चैप्टर च भी, वैसे एवं नहीं पढ़ रहे ना भी साडे बहुत कम आ रही है कितने कितने। चलो भी नेक्स्ट स्लाइड वाल बढ़ते हैं आप। ਹੁਣ ਆਉਂਦਾ ਆਪਣੇ ਕੋਲ ਰੀਜ਼ਨ ਆਫ ਚਾਰਜ और फ्रैक्शनल इलेक्ट्रिसिटी भी चार्ज है और रीजन मीनस की होंगे भी चार्ज प्रोड्यूस किवें हो जाता है। तो चार्ज आप कहने किस चीज़ की बॉडी के उपर आ जाता ना, चार्ज बॉडी चार्ज हो जाती है, वो चार्ज हो किवें जाती है, साडा मेन क्वेश्चन ये होंदा। सानू पता भी हरेक ऑब्जेक्ट के अंदर की नेगे एटम। ਅਸੀਂ ਕੀ ਵੀ ਇੱਕ ਫਸਟ ਆਬਜੈਕਟ ਸਾਡਾ ਕੋਈ, ਅਸੀਂ ਉਹਦੇ ਉੱਪਰ ਕੀ ਕਰਦੇ ਹਾਂਗੇ, ਸੈਕੰਡ ਆਬਜੈਕਟ ਜਿਹੜਾ ਉਹਨੂੰ ਕੀ ਕਰ ਦਿੰਦੇ, ਰਫ ਕਰ ਦਿੰਦੇ, ਇਹਦੇ ਉੱਪਰ ਰਫ ਕਰਾਂਗੇ मतलब मूव करांगे ਇਹਦੇ ਉੱਪਰ, ਇਹ ਤਾਂ ਰੈਸਟ 'ਚ ਹੈ, ਫਿਕਸ ਹੈ, ਤਾਂ ਇਹਨੂੰ ਅਸੀਂ मूव ਕਰਾਂਗੇ ਇਸ ਪਾਰਟ ਨੂੰ ਲੈਫਟ ਜਾਂ ਲੈਫਟ ਜਾਂ ਰਾइट, जो मूव करांगे ਉਹਦੇ ਉੱਪਰ रफ करांगे, रफ ਕਰਨ ਨਾਲ ਕੀ ਹੋਊਗਾ ਵੀ ਇੱਕ ਪਾਰਟ ਤਾਂ ਕੀ ਕਰ ਦੂਗਾ ਇਲੈਕਟ੍ਰॉन्स ਦਾ लॉस ਤੇ ਸੈਕੰਡ ਪਾਰਟ ਕੀ ਕਰ ਦੂ ਇਲੈਕਟ੍ਰॉन्स ਨੂੰ ਗੇਨ। ਜਿਹੜੇ ਨੇ ਤਾਂ ਇਲੈਕਟ੍ਰॉन्स ਦਾ ਕਰਤਾ लॉस, ਉਹ ਤਾਂ ਕਿਹੜਾ ਚਾਰਜ ਅਕਵਾਇਰ ਕਰ ਲੂਗਾ, ਪੋਜ਼ਿਟਿਵ। ਜਿਹੜੇ ਨੇ ਇਲੈਕਟ੍ਰॉन्स ਕਰ ਲਏ ਗੇਨ, ਉਹਨਾਂ ਉੱਪਰ ਚਾਰਜ ਕਿਹੜਾ ਆ ਜਾਊਗਾ, ਨੈਗੇਟਿਵ। ਇਹ प्रॉपर्टी है जो संपर्क ਦੇ ਵਿੱਚ ਆਉਂਦੀ ਕੋਈ ਚੀਜ਼, ਇੱਕ लॉस ਕਰਦੀ ਹੈ ਇੱਕ ਗੇਨ ਕਰਦੀ ਹੈ, ਤਾਂ ਜਦੋਂ लॉस ਤੇ ਗੇਨ ਕਰਨਗੇ ਤਾਂ ਉਹਨਾਂ ਦੇ ਵਿਚਕਾਰ ਕੀ ਬਣ ਜੂ, ਇੱਕ ਖਿੱਚ ਬਣ ਜੂ। ਇੱਕ ਤੁਸੀਂ ਆਮ ਹੀ ਕਰਕੇ ਦੇਖਣਾ ਐਕਸਪੈਰੀਮੈਂਟ ਵੀ ਆਪਣੇ ਜਿਹੜਾ ਇਨਸਾਨ ਹੈ ਵੀ ਉਹ ਕੀ ਕਰਦਾ ਹੈ, ਇੱਕ ਪੈਨ ਹੈ ਜਿਹੜਾ ਆਪਣੇ ਉਹ ਹੇਅਰਸ ਦੇ ਵਿੱਚ ਕੀ ਕਰਦਾ ਹੈਗਾ, ਰਫ ਕਰਦਾ ਹੈਗਾ। ठीक है देखो मेरी ड्राइंग बहुत सोहनी है। ਤਾਂ ਕੀ ਹੁੰਦਾ ਵੀ ਉਹ ਪੈਨ ਜਿਹੜੇ ਆਪਾਂ ਛੋਟੇ ਛੋਟੇ ਟੁਕੜੇ ਕੀਤੇ ਹੁੰਦੇ ਹੈਗੇ ਪੇਪਰ ਦੇ ਪੀਸ ਤੇ, ਹੁਣ ਕੀ ਕਰ ਲੈਂਦਾ ਉਹ ਪੈਨ ਆਪਣੇ ਨਾਲ ਇਹਨਾਂ ਵਿੱਚੋਂ ਅਟਰੈਕਟ ਕਰ ਲੈਂਦਾ, ਆਪਣੇ ਨਾਲ ਜੋੜ ਲੈਂਦਾ ਉਹ ਪੈਨ ਜਿਹੜਾ ਟੁਕੜਿਆਂ। ਉਹਦਾ ਕਾਰਨ ਕੀ ਹੈ ਵੀ ਜਿਹੜੇ ਤੇ ਪੀਸ ਨੇ ਛੋਟੇ ਛੋਟੇ ਟੁਕੜੇ ਉਹ ਅਨਚਾਰਜਡ ਸੀਗੇ ਤੇ ਸਾਡੇ ਇਲੈਕਟ੍ਰੋਡ ਦੇ ਉੱਪਰ ਕੀ ਆ ਗਿਆ, ਪੋਜ਼ਿਟਿਵ ਜਾਂ ਨੈਗੇਟਿਵ ਚਾਰਜ। वो चार्ज के कारण उन्होंने की कर लूगा अपने वाल अट्रैक्ट कर लूगा। बस थोड़ा क्वेश्चन ये बनता ना भी पेपर्स के उपर तो कोई चार्ज की नहीं, तो रफ ही नहीं किए, बट साडा पेन है वो असीं रफ किया उहदे उपर चार्ज आ गया कोई भी पॉजिटिव या नैगेटिव। हुण पेन उपर चार्ज आ गया, इहदे उपर चार्ज है नहीं सी, फिर भी उन्हें अट्रैक्ट किवें कर लिया जिहड़े पेपर के पीस। तो जिहड़ी मेन एक चीज़ इत्थे सिखो, उपर लिखिया ना वर्ड
फ्रैक्शनल इलैक्ट्रिसिटी। ਤਾਂ फ्रैक्शनल इलैक्ट्रिसिटी ਤੁਸੀਂ ਕਿਹੜੀ ਕਹੋਗੇ, ਕਿਹੜੀ ਇਲੈਕਟ੍ਰਿਸਿਟੀ ਹੁੰਦੀ ਹੈ? फ्रैक्शनल इलैक्ट्रिसिटी ਜਿਹੜੀ ਇਲੈਕਟ੍ਰਿਸਿਟੀ ਪ੍ਰੋਡਿਊਸ ਹੋਵੇ ਕਿਹਦੇ ਕਰਕੇ? ਕਿਸੇ ਨੂੰ ਰਫ ਕਰਕੇ, ਰਵਿੰਗ ਕਰਕੇ, ਅਸੀਂ ਉਹਨੂੰ ਕੀ ਬੋਲਾਂਗੇ? फ्रैक्शनल इलैक्ट्रिसिटी। तक तक भी ये कोई डाउट है तो पूछ सकते हो, नहीं फिर आप आगे बात। क्लियर हो गया ना भी? चार्ज है वो रविंग करके होगा, रफ करने नाल एक चीज पॉजिटिव चार्ज एक्वायर करो, एक नेगेटिव। पॉजिटिव किहड़ी एक्वायर करू? जिहड़ी ने इलैक्ट्रॉन लॉस करते। नेगेटिव किहड़ी करू? जिहड़ी इलैक्ट्रॉन गेन कर ले। तो ਉਹਦੀ एग्जांपल भी तुहानूं दसते ते नाल आपां की कहने फ्रैक्शनल इलैक्ट्रिसिटी कदों किहड़ी इलैक्ट्रिसिटी है भी जिहड़ी प्रोड्यूस होगी रफ करके। दो ऑब्जैक्ट है उन्होंने, पर इत्थे एक ध्यान रखना तुसीं जदों भी किते रफ करोगे ना ऑब्जैक्ट नूं तो ਉਹਦੀ डायरैक्शन है जिहड़ी रफ करन वेले ਉਹ सेम रखियो। जिवें ਅਸੀਂ ਇੱਥੇ रफ करना है, ਪਹਿਲਾਂ ਇੱਥੇ रखांगे फिर ਇਹਨੂੰ इधर लाएंगे, फिर दोबारा रखांगे रफ करन वेले, फिर इस डायरेक्शन से दोबारा रफ करांगे। देखो वापस जाके ना वापस इत्थे रख के फिर ਅਸੀਂ दोबारा उस रफ करना है एक डायरेक्शन च। क्योंकि ਜੇ ਤੁਸੀਂ ਇਸ ਤਰ੍ਹਾਂ रफ करोगे जिवें ਆਪਾਂ ਕਰਦੇ ਹੁੰਦੇ ਹਾਂ, ਆਪਣੀ ਆਦਤ ਹੁੰਦੀ ਹੈਗੀ, ਇਹਦੇ ਨਾਲ ਤਾਂ ਕੀ ਹੋਊ? ਜਾਣ ਨੂੰ ਤਾਂ ਚਾਰਜ ਉਹ ਅਕਵਾਇਰ ਕਰੀ ਜਾਊ, ਆਉਣ ਵੇਲੇ ਵਾਪਸ ਆਉਣ ਵੇਲੇ ਉਹ ਕੀ ਕਰਦਾ ਜਾਊਗਾ? ਨਿਊਟਰਲ। ਇਸ ਲਈ ਆਪਣੀ ਜਦੋਂ ਮਸਾਜ ਵੀ ਕਰਦੇ ਆ ਬੋਡੀ ਦੀ ਤਾਂ ਉਹਦਾ ਵੀ ਇੱਕ ਮੈਥਡ ਕੀ ਟੈਕਨੀਕ ਕੀ ਹੁੰਦੀ ਹੈ ਵੀ ਉਹ ਸਿੰਗਲ ਡਾਇਰੈਕਸ਼ਨ ਚ ਕਰੋ। ਜੇ ਆਪਾਂ ਇਸ ਤਰ੍ਹਾਂ ਲੱਗੇ ਵੀ ਉਹ ਕੋਈ ਮਸਾਜ ਨਹੀਂ ਹੈਗੀ ਪ੍ਰੋਪਰ, ਉਹ ਨੁਕਸਾਨ ਵੱਧ ਕਰ ਦੂਗੀ, ਫਾਇਦਾ ਘੱਟ ਕਰੂਗੀ। ਤਾਂ ਹਮੇਸ਼ਾ ਜਦੋਂ ਵੀ ਤੁਸੀਂ ਰਬਿੰਗ ਕਰਨੀ ਹੈ ਤਾਂ ਉਹ ਕੀ ਕਰਨਾ ਹੈ, ਧਿਆਨ ਰੱਖਣਾ ਹੈ ਵੀ ਇੱਕ ਸਿਰੇ ਤੇ ਜਿਹੜੇ ਤੋਂ ਸ਼ੁਰੂ ਕੀਤੀ ਹੈ ਉਧਰ ਇੱਧਰ ਲੈ ਕੇ ਫਿਰ ਦੁਬਾਰਾ ਇਹਨੂੰ ਇੱਥੋਂ ਵਾਪਸ ਇੱਥੇ ਰੱਖੋ, ਫਿਰ ਦੁਬਾਰਾ ਇਸ ਡਾਇਰੈਕਸ਼ਨ 'ਚ ਰਫ ਕਰੋ, ਫਿਰ ਦੁਬਾਰਾ ਰੱਖੋ, ਫਿਰ ਇਸ ਡਾਇਰੈਕਸ਼ਨ 'ਚ। ਇਸ ਤਰ੍ਹਾਂ ਤੁਹਾਡੀ ਜਿਹੜੀ ਚਾਰਜਿੰਗ ਆ ਉਹ ਪ੍ਰੋਪਰ ਹੋਊਗੀ। अगली स्लाइड। ਹੁਣ ਆਪਾਂ ਕਿਹਾ ਸੀ ਵੀ ਚਾਰਜ ਪੈਨ ਦੇ ਉੱਪਰ ਤਾਂ ਆ ਗਿਆ ਸੀ ਨਾ, ਪਰ ਪੇਪਰ ਹੁੰਦਾ ਸੀ ਚਾਰਜ ਹੀ ਨਹੀਂ ਕੀਤਾ, ਤਾਂ ਪੇਪਰ ਤੇ ਚਾਰਜ ਕਿਵੇਂ ਆਇਆ ਇਹ ਅਸੀਂ ਦੇਖਣਾ ਹੈ। ਤਾਂ ਇਹ ਕੀ ਟੌਪਿਕ ਹੁੰਦਾ ਆਪਣੇ ਕੋਲ ਇਲੈਕਟ੍ਰੋਸਟੈਟਿਕਸ ਦੇ ਵਿੱਚ ਵੀ। ਚਾਰਜ ਜਿਹੜਾ ਕਿਹਦੇ ਕਾਰਨ ਹੋ ਜਾਂਦਾ ਹੈ? इंडक्शन के कारण ਹੁੰਦਾ ਵੀ, ਜਾਂ ਚਾਰजिंग बाय आप कह सकते हैं इंडक्शन, या इलैक्ट्रोस्टैटिक इंडक्शन की है, ਜਾਂ फिर आप कहने भी चार्जिंग बाय इंडक्शन। दो चीज़ आप मेन ध्यान देना। तो फर्स्ट भी इलैक्ट्रोस्टैटिक इंडक्शन की है भी, एक तो पोलर पार्ट है या कह सकते हो चार्जड पार्ट, एक की है जिहदे उपर कोई चार्ज नहीं है, अनचार्जड है, ਜਾਂ कह लो तुसीं किहड़ी स्टेट विच आ भी हो नॉन पोलर। इस फर्क की हुंदा भी जिहड़ा तां पोलर हुंदा है ਉਹਦੇ ਉੱਪਰ ਜ਼ਿਆਦਾ ਜਿਹੜਾ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਹੋਊਗਾ ਉਹ ਅਲੱਗ-ਅਲੱਗ ਹੋਊਗਾ, ਪੋਜ਼ਿਟਿਵ ਅਲੱਗ ਹੋਊਗਾ, ਨੈਗੇਟਿਵ ਅਲੱਗ ਹੋਊਗਾ। ਜਿਹੜਾ ਹੁੰਦਾ ਨॉन पोलर ਇਹਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਉਹ ਇੱਕ ਦੂਜੇ ਉੱਪਰ ਕੀ ਹੋ ਜਾਂਦੇ ਨੇ, ਉਹ ਕੰਸਾਈਡ ਹੋ ਜਾਂਦੇ ਨੇ। ਕੰਸਾਈਡ ਹੋਏ ਹੋਣ ਕਰਕੇ ਵੀ ਚਾਰਜ ਨਿਊਟਰਲ ਹੋਏ। ਜਦੋਂ ਤੁਸੀਂ ਇੱਕ ਚਾਰਜਡ ਆਬਜੈਕਟ ਦੀ ਹੈਲਪ ਨਾਲ ਅਨਚਾਰਜਡ ਆਬਜੈਕਟ ਨੂੰ ਚਾਰਜ ਕਰ ਦਿੰਦੇ ਆ ਤਾਂ ਉਹਨੂੰ ਕੀ ਬੋਲਦੇ ਹੈਗੇ? ਇਲੈਕਟ੍ਰੋਸਟੈਟਿਕ ਇੰਡਕਸ਼ਨ। ਹੁਣ ਮੇਨ ਕੀ ਹੈ ਵੀ ਆਪਾਂ ਇਹ ਦੇਖਣਾ ਹੈ ਵੀ ਇਹ ਵਾਲਾ ਪ੍ਰੋਸੈਸ ਜਿਹੜਾ ਉਹ ਹੁੰਦਾ ਕਿਵੇਂ, ਜਿਹੜਾ ਅਸੀਂ ਪੜ੍ਹਨਾ ਇਲੈਕਟ੍ਰੋਸਟੈਟਿਕਸ ਦੇ ਵਿੱਚ ਇੰਡਕਸ਼ਨ ਪੜ੍ਹ ਰਹੇ ਹਾਂ ਨਾ, ਇਹ ਕਿਵੇਂ ਹੋ। ਤਾਂ ਫਸਟ ਸਟੈਪ ਕੀ ਹੈ ਤੁਹਾਡਾ? ਇਹ ਤੁਹਾਡਾ ਇੱਥੇ ਇੱਕ ਡਾਇਗਰਾਮ ਹੋਰ ਬਣਾਉਣਾ। ਆ ਮੰਨ ਲਓ ਤੁਹਾਡੇ ਕੋਲ ਉਹ ਆਬਜੈਕਟ ਹੈ ਜਿਹੜਾ ਅਨਚਾਰਜਡ ਹੈ, ਜਿਹਦੇ ਉੱਪਰ ਕੋਈ ਚਾਰਜ ਨਹੀਂ ਹੈ, ਪੋਜ਼ਿਟਿਵ ਤੇ ਨੈਗੇਟਿਵ ਚਾਰਜ ਕੀ ਹੋਏ ਹੋਏ ਨੇ, ਕੰਸਾਈਡ ਹੋਏ ਨੇ। ਇਹਨੂੰ ਫਸਟ ਡਾਇਗਰਾਮ ਕਰ। ਤੁਸੀਂ ਇਹਦੇ ਕੋਲ ਕੋਈ ਆਬਜੈਕਟ ਲੈ ਕੇ ਆਏ ਜਿਹੜਾ ਆਲਰੇਡੀ ਕੀ ਸੀਗਾ, ਨੈਗੇਟਿਵਲੀ ਚਾਰਜਡ। ਜਿਹੜੇ ਚਾਰਜ ਕੰਸਾਈਡ ਹੋਏ ਹੋਏ ਨੇ ਉਹਨਾਂ ਵਿੱਚੋਂ ਨੈਗੇਟਿਵ ਚਾਰਜ ਕਿਹੜਾ ਆਪਣੇ ਵੱਲ ਅਟਰੈਕਟ ਕਰ ਲੂਗਾ?
सिर्फ कि सिर्फ नैगेटिव विचों पॉजिटिव, ते वो नैगेटिव नूं की कर दूगा उत्थों रिपैल, तो पॉजिटिव एक साइड खिंच लू नॉन पोलर का, ते नैगेटिव नूं दूजी साइड कर, तो इहदे नाल तुहाडा इह किहड़ा स्टैप बन गया सैकेंड। थर्ड स्टैप च की होऊगा, जिहड़ा आपां चार्ज हैगा इहनूं की करना नीचे धरती नाल अर्थ करना, जो अर्थ करोगे तो नैगेटिव चार्ज की हो जाएगा बई खत्म हो जाऊगा, तो ओवरऑल बॉडी के उपर एंटायर चार्ज जिहड़ा किहड़ा स्प्रैड हो जाऊगा पॉजिटिव। ठीक, इहदे नाल भी बॉडी जिहड़ी बाय इंडक्शन की हो जाती है चार्जड होए। जिवें तुहानूं इत्थे तुहाडा क्वेश्चन होगा एक भी जे तुसीं पॉजिटिव चार्ज लिआउंदे फिर की हुंदा, उहने नैगेटिव अट्रैक्ट कर लेना सी, उल्ट हो जाना। जे तुसीं पॉजिटिव चार्ज लैके आओगे ना इस बॉडी ते जिहड़ी आपां नेड़े लैके आ रहे हैं, तो उहने नैगेटिव चार्ज अपने वाल अट्रैक्ट कर लेना, ते दूजी साइड किहड़ा आ जाऊगा पॉजिटिव। हुण नीचे अर्थ कर दो तो एंटायर बॉडी किहदे नाल हो जाऊगी नैगेटिवली चार्ज। फिलहाल तो अपनी जिहड़ी अर्थ है एक बहुत बड़ा यानी कि हैवी अर्थ है, इहनूं कहंदे भी अर्थ ही है, वो दोनों चीज़ें इकट्ठियां हो गईयां। अर्थ मीनस नैगेटिव चार्ज है, धरती अपनी बहुत ज़्यादा, यानी कि जिन्ना भी इहनूं करंट है वो तुसीं सप्लाई दे सकते हो, ये सारा अब्जॉर्व कर लैंदी है। ਜਾਂ ਕਿਸੇ ਇਨਸਾਨ ਨੂੰ ਜਦੋਂ ਕਰੰਟ ਲੱਗ ਜਾਂਦਾ ਹੈ ਤਾਂ ਉਹ ਮਿੱਟੀ ਦੇ ਵਿੱਚ ਹੀ ਦਬਾਉਣੇ, ਉਹ ਜਿਹੜਾ ਚਾਰਜ ਹੈ ਉਹਦਾ ਉਹਨੂੰ ਬੋਡੀ ਦੇ ਅੰਦਰ ਉਹਨੂੰ ਖਤਮ ਕਰ ਦਿੰਦੀ ਹੈ, ਕਿਉਂਕਿ ਚਾਰਜ ਨਾਲ ਆਪਣੀ ਬੋਡੀ ਦੇ ਵਿੱਚ ਜਿਹੜਾ ਬਲੱਡ ਹੈ ਨਾ ਉਹ ਆਇਨਾਈਜ਼ ਹੋ ਜਾਂਦਾ ਹੈ। ਬਲੱਡ ਆਇਨਾਈਜ਼ ਹੋ ਕੇ ਉਹ ਪ੍ਰੋਪਰ ਆਕਸੀਜਨ ਦੀ ਸਪਲਾਈ ਵਗੈਰਾ ਨਹੀਂ ਕਰਦਾ, ਫਿਰ ਉਹਦੀ ਬੋਡੀ 'ਚ ਜਿਹੜਾ ਚਾਰਜ ਹੈ ਉਹਨੂੰ ਖਤਮ ਕਰਨ ਵਾਸਤੇ ਕੀ ਕੀਤਾ ਜਾਂਦਾ ਹੈਗਾ, ਉਹਨੂੰ ਦਬਾ ਦਿੱਤਾ ਜਾਂਦਾ ਹੈ ਸੈਂਡ ਦੇ ਵਿੱਚ, ਯਾਨੀ ਕਿ ਮਿੱਟੀ ਦੇ ਵਿੱਚ ਉਹਨੂੰ ਟੱਚ ਰਹਿਣਾ ਜ਼ਰੂਰੀ ਹੈ ਉਹਦਾ। तो इत्थे देखो भी कोई डाउट है नहीं, फिर अगे फर्दर आप प्रोसीड करते हैं। कोई क्वेरी है थोड़ी क्वेश्चन है जो भी आ रहा पूछ सकते। हुण आप स्टार्ट करेंगे भी प्रॉपर्टीज ऑफ चार्ज। अज आप प्रॉपर्टीज तक स्टडी कर लेंगे, बाकी आप बाद विच स्टडी कर। मेन प्रॉपर्टी है अपनी चार्ज दी, वो तीन ने। फर्स्ट वी फर्स्ट प्रॉपर्टी जी अपने को चार्ज की, वो तो तुसीं दस ही सकते हो भी लाइक चार्ज की करते हैं, ते अनलाइक चार्ज जिहड़े वो की करते हैं, ये की करनगे लाइक चार्ज पॉजिटिव पॉजिटिव नैगेटिव नैगेटिव, ये तो रिपेल करते हैं। वन बाय वन करते हैं डिस्कस सारिया प्रॉपर्टियां। पहला फर्स्ट थ्री करते हैं भी अनलाइक चार्ज जिहड़े पॉजिटिव नैगेटिव या नैगेटिव कह लो पॉजिटिव एक दूसरे नूं की करते हैं अट्रैक्ट, ये अट्रैक्ट करनगे ते करनगे रिपेल करनगे। जिहड़े उल्ट चार्ज मिलणगे सानूं ना इहनूं की बोलते भी पोलैरिटी, इसने आप पोलैरिटी कहनी है, पोलैरिटी ऑफ चार्ज। कदों जो चार्जिस आपको की मिलणगे ऑपोजिट। सैकेंड प्रॉपर्टी जिहड़े साडे कोले चार्ज है भी, चार्ज हमेशा टोटल चार्ज कंजर्व रहिंदा है, चार्ज की अपने कोले वो कंजर्व रहिंदा है, यानी कि लॉ ऑफ कंजर्वेशन जिहड़ा उहनूं ओवे करदा है। वो किस तरह
ਹੁਣ ਤੁਸੀਂ ਇਹ ਦੇਖੋ ਵੀ ਆਪਣੀ ਗਾਮਾ ਰੇਸ ਜਿਹੜੀਆਂ ਉਹਨਾਂ ਦੇ ਉੱਪਰ ਕੋਈ ਚਾਰਜ ਨਹੀਂ ਹੁੰਦਾ, नो चार्ज, जीरो। ਤਾਂ ਉਸ ਤੋਂ ਬਾਅਦ ਇਹ ਬਣਦੀ ਕਿਤੋਂ ਹੈ? ਇੱਕ ਸਾਨੂੰ ਇਲੈਕਟ੍ਰੋਨ ਯੂਜ਼ ਕਰਨਾ ਪੈਂਦਾ ਇਹਦੇ ਲਈ, ਤੇ ਦੂਸਰਾ ਪਲੱਸ ਸਾਡੇ ਕੋਲ ਕੀ ਹੁੰਦਾ ਇਹ 'ਚ ਪੋਜ਼ਿਟਰੋਨ, ਜਿਹਦਾ ਵੀ ਪੋਜ਼ਿਟਿਵ ਚਾਰਜ ਹੁੰਦਾ ਇਲੈਕਟ੍ਰੋਨ ਤੇ ਨਾ, ਕੈਰੀਇੰਗ ਪੋਜ਼ਿਟਿਵ ਚਾਰਜ ਇਜ਼ ਕਾਲਡ ਪੋਜ਼ਿਟਰੋਨ। ਤੇ ਦੋ ਪਾਰਟੀਕਲ ਜਿਹੜੇ ਮਿਲ ਕੇ ਕੀ ਪ੍ਰੋਡਿਊਸ ਕਰਦੇ ਨੇ? ਇੱਕ ਗਾਮਾ ਰੇਸ। ਇਹਨਾਂ ਦਾ ਆਪਾਂ ਚਾਰਜ ਪਲੱਸ ਕਰਾਂਗੇ, -1 +1 0, ਗਾਮਾ ਰੇਸ ਤੇ ਵੀ ਚਾਰਜ ਕੀ ਆ ਜਾਊਗਾ? 0। ਤਾਂ ਇਹ ਵਾਲੀ ਪ੍ਰੋਪਰਟੀ ਉਹ ਵੀ ਕਰਦਾ ਹੈ। ਨੈਕਸਟ ਆਪਣੇ ਕੋਲ ਹੈਗੀ ਪ੍ਰੋਪਰਟੀ ਚਾਰਜ ਜਿਹੜਾ ਉਹ ਐਡਿਟਿਵ ਇਨ ਨੇਚਰ ਹੈ, ਐਡਿਟਿਵ ਇਨ ਨੇਚਰ। ਉਹ ਕਿਸ ਤਰ੍ਹਾਂ? ਤੁਸੀਂ ਜਿਹੜਾ ਚਾਰਜ ਹੈ ਉਹਨੂੰ ਕੀ ਕਰ ਸਕਦੇ ਹੋ? ਐਡ ਕਰ ਸਕਦੇ ਹੋ, ਅਲਜਬਰਿਕ ਸਮ ਲੈ ਸਕਦੇ ਹੋ। ਜਦੋਂ ਤੁਸੀਂ ਟੋਟਲ ਚਾਰਜ ਲੈਣਾ, ਚਾਰਜ ਨੂੰ ਲਿਖਣ ਦਾ ਸਿੰਬਲ ਜਾਂ ਤਾਂ ਕੈਪੀਟਲ ਕਿਊ ਯੂਜ਼ ਕੀਤਾ ਜਾਂਦਾ ਸਮਾਲ। ਤਾਂ ਤੁਸੀਂ ਟੋਟਲ ਚਾਰਜ ਕਿਵੇਂ ਫਾਈਂਡ ਕਰ ਸਕਦੇ ਹੋ? ਨੰਬਰ ਆਫ ਚਾਰजेस ਦਾ ਕੀ ਕਰ ਲਓ? ਸਮ ਕਰ ਸਕਦੇ ਹੋ। ਜਿਵੇਂ ਚਾਰਜ ਦੇ ਆਪਾਂ ਯੂਨਿਟ ਬੋਲਦੇ ਕੀ ਹੁੰਦੇ ਨੇ? ਕੂਲਮ। ਜਿਹਨੂੰ ਸੀ ਨਾਲ ਲਿਖਦੇ ਤਾਂ ਜਿਹੜਾ ਵੀ ਚਾਰਜ ਹੈ ਤੁਹਾਡੇ ਕੋਲੇ 2 ਕੂਲਮ, 3 ਕੂਲਮ, 4 ਕੂਲਮ, ਤਾਂ ਤੁਸੀਂ ਐਡ ਕਰਕੇ ਉਹਦਾ ਆਨਸਰ ਦੇ ਸਕਦੇ ਹੋ ਵੀ ਸਾਡੇ ਕੋਲ ਟੋਟਲ ਚਾਰਜ ਕਿੰਨਾ ਹੋ ਗਿਆ? 9। ਫੋਰਥ ਪ੍ਰੋਪਰਟੀ ਜਿਹੜੀ ਇੰਪੋਰਟੈਂਟ ਹੈ ਜੀ, ਜਿਹਦੀ ਆਪਾਂ ਨੂੰ ਲੋਡ ਵੀ ਪੈ ਸਕਦੀ ਹੈ, ਤਾਂ ਕਿਹੜੀ ਹੈ? ਕੁਆਂਟਾਈਜੇਸ਼ਨ ਆਫ ਚਾਰਜ। ਬਸ ਇਹ ਲਾਸਟ ਅੱਜ ਦੀ ਆਪਾਂ ਇਹ ਡਿਸਕਸ ਕਰਾਂਗੇ, ਬਾਕੀ ਨੈਕਸਟ ਪਾਰਟ ਦੇ ਵਿੱਚ ਕਰਾਂਗੇ। ਕੁਆਂਟਾਈਜੇਸ਼ਨ ਆਫ ਚਾਰਜ, ਚਾਰਜ ਨੂੰ ਕੁਆਂਟਾਈਜ਼ ਕੀਤਾ ਹੋਇਆ ਹੈਗਾ Q ਇਕੁਅਲ N E ਦੇ ਨਾਲ। ਤੇ ਇਹ ਸਾਡੇ ਕੋਲੇ ਮੇਨ ਇਹਦਾ ਫਾਰਮੂਲਾ ਹੈ ਜਿਹਦਾ ਚਾਰਜ ਨੂੰ ਕੁਆਂਟਾਈਜ਼ ਕੀਤਾ ਹੋਇਆ ਸੀ। ਹੁਣ ਵੀ ਮੇਨ ਗੱਲ ਕੀ ਹੁੰਦੀ ਹੈ ਆਪਣੇ ਇਹਦਾ ਵੀ ਕੁਆਂਟਾਈਜ਼ ਕੀਤੇ ਦੇ ਵਿੱਚ Q ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਨਾ ਚਾਰਜ ਹੈ, N ਕੀ ਹੈ? N ਹੁੰਦਾ ਵੀ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਨੇ। ਇਹ ਕੀ ਆਪਣੇ ਕੋਲ ਚਾਰਜ ਆਉਣ ਵਾਲਾ ਇਲੈਕਟ੍ਰੋਨ, ਇੱਕ ਇਲੈਕਟ੍ਰੋਨ ਦੇ ਉੱਪਰ ਚਾਰਜ ਫਿਕਸ ਹੁੰਦਾ ਹੈਗਾ, ਉਹ ਕੀ ਹੈ? 1.6 10⁻⁻19 ਕੂਲਮ। ਪ੍ਰੋਟੋਨ ਤੇ ਵੀ ਇੰਨੇ ਚਾਰਜ ਹੁੰਦਾ ਹੈ, ਬਸ ਇਹ ਫਰਕ ਇੱਕ ਚੀਜ਼ ਦਾ ਪੈਂਦਾ ਸਿਰਫ ਜੋ ਤੁਸੀਂ ਯੂਜ਼ ਕਰ ਰਹੇ ਹੋ ਇਲੈਕਟ੍ਰੋਨ, ਤਾਂ ਇਹਦੇ ਅੱਗੇ ਸਾਈਨ ਕਿਹੜਾ ਲੱਗ ਜਾਂਦਾ ਹੈਗਾ? ਮਾਈਨਸ ਦਾ। ਜੇ ਹੀ ਪ੍ਰੋਟੋਨ ਦੇ ਉੱਪਰ ਦੇਖੋਗੇ ਚਾਰਜ ਕਿੰਨਾ ਹੋਊਗਾ ਤਾਂ ਉਹ ਵੀ ਸੇਮ ਹੋ, ਬਸ ਉਹ ਕਾਹਦਾ ਹੋਊਗਾ? ਪਲੱਸ ਦਾ ਹੋਊਗਾ, ਸਿਰਫ ਇੰਨਾ ਫਰਕ। ਤੇ ਇਹਦੀ ਹੈਲਪ ਨਾਲ ਤੁਸੀਂ ਜਿਸ ਨੂੰ ਟੋਟਲ ਚਾਰਜ ਪਤਾ ਹੈ, ਇਲੈਕਟ੍ਰੋਨ ਦਾ ਚਾਰਜ ਫਿਕਸ ਹੈ, ਕਨਸਟੈਂਟ ਹੈ, ਨੰਬਰ ਆਫ ਇਲੈਕਟ੍ਰੋਨ ਕੱਢ ਸਕਦੇ ਹੋ। ਜੇ ਆਪਾਂ ਨੂੰ ਨੰਬਰ ਆਫ ਇਲੈਕਟ੍ਰੋਨਸ ਪਤਾ ਨੇ, ਚਾਰਜ ਪਤਾ ਹੈ ਇੱਕ ਇਲੈਕਟ੍ਰੋਨ ਉੱਪਰ ਕਿੰਨਾ ਹੈ, ਤਾਂ ਆਪਾਂ ਟੋਟਲ ਚਾਰਜ ਜਿਹੜਾ ਉਹ ਫਾਈਂਡ ਕਰ ਸਕਦੇ ਹਾਂ। ਇਹ ਸੀ ਵੀ ਤੁਹਾਡੀਆਂ ਪ੍ਰੋਪਰਟੀਜ਼, ਜਿਹੜਾ ਚਾਰਜ ਨੂੰ ਕੁਆਂਟਾਈਜ਼ ਕਰ ਸਕਦੇ ਆ, ਐਡਿਟਿਵ ਨੇਚਰ ਹੈ, ਕੰਜ਼ਰਵ ਰਹਿੰਦਾ ਹੈ, ਲਾਈਕ ਚਾਰਜ ਜਿਹੜੇ ਅਨਲਾਈਕ ਚਾਰਜ ਰਿਪੈਲ ਕਰਦੇ ਆ, ਅਟਰੈਕਟ ਕਰਦੇ ਆ, ਇਹ ਸਾਰੀਆਂ ਪ੍ਰੋਪਰਟੀਆਂ ਵੀ। ਜਿਹਦੇ ਵਿੱਚ ਕੋਈ ਕੁਐਰੀ ਹੈ ਤਾਂ ਬੋਲ ਦਿਓ, ਨਹੀਂ ਫਿਰ ਆਪਾਂ ਬਾਕੀ ਕੱਲ ਡਿਸਕਸ ਕਰਾਂਗੇ। ਹਾਂ, ਜਦੋਂ ਆਪਣਾ ਚੈਪਟਰ ਖਤਮ ਹੋ ਗਿਆ ਤੇ ਆਪਾਂ ਲਾਸਟ ਤੇ MCQ ਜ਼ਰੂਰ ਕਰਾਂਗੇ। ਠੀਕ ਹੈ ਵੀ ਸਾਰਿਆਂ ਨੂੰ ਕੋਈ ਦੇਖੋ ਵੀ ਅਰਸ਼, ਕਿਰਨ, ਪ੍ਰਦੀਪ ਕੋਈ ਕੁਐਰੀ ਹੋਵੇ ਤਾਂ ਪੁੱਛੋ, ਬਾਕੀ ਦੇਖ ਲਓ ਕਿਸੇ ਨੂੰ ਹੈ ਤਾਂ। ਕੰਜ਼ਰਵੇਸ਼ਨ ਵਾਲਾ ਠੀਕ ਹੈ ਵੀ, ਦੇਖੋ ਜਿਹੜਾ ਕੰਜ਼ਰਵੇਸ਼ਨ ਦਾ ਟੌਪਿਕ ਹੁੰਦਾ ਨਾ, ਉਹਦਾ ਮਤਲਬ ਇਹ ਹੁੰਦਾ ਵੀ ਤੁਹਾਡਾ ਟੋਟਲ ਚਾਰਜ ਜਿਹੜਾ ਕਿਸੇ ਵੀ ਪਾਰਟ 'ਚ ਕੁਛ ਤਿਆਰ ਕਰਦੇ ਹੋ ਬਿਫੋਰ ਵੀ ਪਹਿਲਾਂ ਤੇ ਬਾਅਦ ਵਿੱਚ, ਉਹ ਹਮੇਸ਼ਾ ਕੀ ਰਹਿੰਦਾ ਹੈਗਾ? ਉਹ ਸੇਮ ਹੀ ਰਹਿੰਦਾ। ਜਿਹੜਾ ਚਾਰਜ ਹੈ ਉਹ ਟੋਟਲ ਕੰਜ਼ਰਵ ਰਹਿੰਦਾ ਹੈ। ਜੇ ਤੁਸੀਂ ਟੋਟਲ ਚਾਰਜ ਜਿਵੇਂ ਰਿਐਕਸ਼ਨ ਕਰਦੇ ਹੋ ਕੋਈ, ਉਹਦੀ ਲੈਫਟ ਸਾਈਡ ਐਡ ਕਰ ਲਓ, ਰਾਈਟ ਸਾਈਡ ਐਡ ਕਰ ਲਓ, ਉਹ ਸੇਮ ਰਹਿੰਦਾ। ਤੁਸੀਂ ਚਾਰਜ ਜਿਹੜਾ ਉਹਨੂੰ ਖਤਮ ਨਹੀਂ ਕਰ ਸਕਦੇ, ਮਤਲਬ ਉਹਦੀ ਕਨਵਰਸ਼ਨ ਹੁੰਦੀ ਰਹਿੰਦੀ ਹੈ। ਓਵਰਹਾਲ ਚਾਰਜ ਤੁਹਾਡਾ
उन्नी दो जिन्ना है। बस कंजर्वेशन च होंदी है भी प्रॉपर्टी कंजर्व जी टोटल ओवरऑल सेम रहो जी मोमेंटम आप कहने कंजर्व रहता है लीनियर उसी तरह ही है बस चार्ज ऐड करो लेफ्ट राइट तो सेम रहना चाहिए जी मास नहीं सेम रखते लॉ